ਹੈਲੋ ਸਟੂਡੈਂਟਸ। ਅੱਜ ਆਪਾਂ ਡਿਸਕਸ ਕਰਾਂਗੇ ਕਲਾਸ 12th ਦੀ ਬੁੱਕ ਫਲੈਮਿੰਗੋ ਦੇ ਚੈਪਟਰ 5th ਨੂੰ, ਜਿਸ ਦਾ ਟਾਈਟਲ ਹੈ ਇੰਡੀਗੋ, ਰਿਟਨ ਬਾਈ ਲੂਇਸ ਫਿਸ਼ਰ। ਇਸ ਚੈਪਟਰ ਵਿੱਚ ਗਾਂਧੀ ਜੀ ਸਾਨੂੰ ਦੱਸਦੇ ਹਨ ਕਿ ਉਹ ਚਾਹੁੰਦੇ ਸੀ ਕਿ ਅੰਗਰੇਜ਼ ਭਾਰਤ ਛੱਡ ਕੇ ਚਲੇ ਜਾਣ, ਪਰ ਅਜਿਹਾ ਕਿਹੜਾ ਤਰੀਕਾ ਅਪਣਾਇਆ ਜਾਵੇ ਕਿ ਉਹ ਭਾਰਤ ਛੱਡ ਕੇ ਚਲੇ ਜਾਣ। ਤਾਂ ਗਾਂਧੀ ਜੀ ਕਹਿੰਦੇ ਹਨ ਕਿ ਉਹ ਤਰੀਕਾ ਉਹਨਾਂ ਨੂੰ ਇੱਕ ਅਜਿਹੀ ਘਟਨਾ ਤੋਂ ਸਮਝ ਆਇਆ ਜੋ ਇੰਡੀਗੋ ਨਾਲ ਰਿਲੇਟਡ ਸੀ। ਇੰਡੀਗੋ ਅਸੀਂ ਨੀਲ ਨੂੰ ਕਹਿੰਦੇ ਹਾਂ, ਜੋ ਸਫੇਦ ਕੱਪੜਿਆਂ ਨੂੰ ਦਿੱਤਾ ਜਾਂਦਾ ਹੈ। ਸੋ ਗਾਂਧੀ ਜੀ ਕਹਿੰਦੇ ਹਨ ਕਿ ਇੰਡੀਗੋ ਨਾਲ ਰਿਲੇਟਡ ਇੱਕ ਮਾਮਲਾ ਸੀ, ਜਿਸ ਤੋਂ ਉਹਨਾਂ ਨੂੰ ਸਮਝ ਆਇਆ ਕਿ ਉਹ ਕਿਸ ਤਰ੍ਹਾਂ ਅੰਗਰੇਜ਼ਾਂ ਨੂੰ ਮਜਬੂਰ ਕਰ ਸਕਦੇ ਹਨ ਕਿ ਉਹ ਭਾਰਤ ਨੂੰ ਛੱਡ ਕੇ ਚਲੇ ਜਾਣ। ਲੈਟਸ ਰੀਡ ਦਾ ਚੈਪਟਰ ਨਾਓ। When I first visited Gandhi in 1942 at his ashram in Sevagram, ਰਾਈਟਰ ਕੀ ਦੱਸ ਰਹੇ ਹਨ ਕਿ ਜਦ ਮੈਂ ਪਹਿਲੀ ਵਾਰ ਗਾਂਧੀ ਜੀ ਕੋਲ ਗਿਆ 1942 ਵਿੱਚ, ਉਹਨਾਂ ਦੇ ਆਸ਼ਰਮ ਵਿੱਚ ਗਿਆ, ਜੋ ਕਿ ਸੇਵਾਗ੍ਰਾਮ ਦੇ ਵਿੱਚ ਉਹਨਾਂ ਦਾ ਆਸ਼ਰਮ ਸੀ, ਇਨ ਸੈਂਟਰਲ ਇੰਡੀਆ ਦੇ ਵਿੱਚ। ਹੀ ਸੈਡ ਆਈ ਵਿਲ ਟੈਲ ਯੂ ਹਾਊ ਇਟ ਹੈਪਨ। ਤਾਂ ਉਹਨਾਂ ਨੇ ਮੈਨੂੰ ਕੀ ਕਿਹਾ ਕਿ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਸਭ ਕੁਝ ਕਿਵੇਂ ਹੋਇਆ, ਕਿਵੇਂ ਵਾਪਰਿਆ। That I decided to urge the departure of the British, it was in 1917। ਇਹ ਕੀ ਸੀ? ਗਾਂਧੀ ਜੀ ਨੇ ਦੱਸਿਆ ਕਿ ਮੈਂ ਫੈਸਲਾ ਕੀਤਾ ਸੀ ਬ੍ਰਿਟਿਸ਼ਰ ਨੂੰ, ਅੰਗਰੇਜ਼ਾਂ ਨੂੰ ਇਹ ਬੇਨਤੀ ਕਰਨ ਦਾ ਕਿ ਉਹ ਭਾਰਤ ਛੱਡ ਕੇ ਚਲੇ ਜਾਣ। ਇਹ 1917 ਦੀ ਗੱਲ ਹੈ। He had gone to the December 1916 annual convention of the Indian National Congress Party in Lucknow। ਉਹ 1916 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਸੀ, ਜੋ ਲਖਨਊ ਵਿੱਚ ਉਸਦੀ ਐਨੂਅਲ ਕਨਵੈਨਸ਼ਨ ਹੋ ਰਹੀ ਸੀ, ਸਾਲਾਨਾ ਮੀਟਿੰਗ ਹੋ ਰਹੀ ਸੀ, ਉਸ ਵਿੱਚ ਭਾਗ ਲੈਣ ਦੇ ਲਈ ਗਏ ਸੀ। ਇਹ ਜੋ ਇੰਡੀਅਨ ਨੈਸ਼ਨਲ ਕਾਂਗਰਸ ਸੀ, ਇਹ ਇੰਡੀਆ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਦੇ ਲਈ ਇਹ ਬਣਾਈ ਗਈ ਸੀ। There were 2301 delegates। ਉੱਥੇ 2301 ਡੈਲੀਗੇਟ ਸਨ, ਨੁਮਾਇੰਦੇ ਸਨ ਪਾਰਟੀ ਦੇ, ਐਂਡ ਮੈਨੀ ਵਿਜ਼ਟਰਸ, ਅਤੇ ਹੋਰ ਵੀ ਬਹੁਤ ਸਾਰੇ ਲੋਕ ਆਏ ਹੋਏ ਸਨ। ਡਿਊਰਿੰਗ ਦਾ ਪ੍ਰੋਸੀਡਿੰਗ, ਜਦ ਇਹ ਕਨਵੈਨਸ਼ਨ ਚੱਲ ਰਹੀ ਸੀ, ਮੀਟਿੰਗ ਚੱਲ ਰਹੀ ਸੀ, ਗਾਂਧੀ ਰਿਕਾਊਂਟਡ, ਗਾਂਧੀ ਜੀ ਨੇ ਯਾਦ ਕੀਤਾ ਅਤੇ ਦੱਸਿਆ। ਕੀ ਦੱਸਿਆ? ਏ ਪੀਜ਼ੈਂਟ ਕੇਮ ਟੂ ਮੀ, ਇੱਕ ਕਿਸਾਨ ਮੇਰੇ ਕੋਲ ਆਇਆ ਸੀ। ਕੇਮ ਅਪ ਟੂ ਮੀ ਲੁਕਿੰਗ ਲਾਈਕ ਐਨੀ ਅਦਰ ਪੀਜ਼ੈਂਟ ਇਨ ਇੰਡੀਆ, ਜੋ ਕੀ ਹੈ ਭਾਰਤ ਦੇ ਹੋਰ ਕਿਸਾਨਾਂ ਦੇ ਵਾਂਗ ਹੀ ਲੱਗਦਾ ਸੀ। ਪੂਅਰ ਐਂਡ ਇਮੈਸੀਏਟਡ, ਉਹ ਗਰੀਬ ਜਿਹਾ ਸੀ ਅਤੇ ਦੁਬਲਾ ਪਤਲਾ ਲੱਗਦਾ ਸੀ। ਐਂਡ ਸੈਡ ਆਈ ਐਮ ਰਾਜ ਕੁਮਾਰ ਸ਼ੁਕਲਾ, ਅਤੇ ਉਸਨੇ ਕੀ ਕਿਹਾ? ਮੇਰਾ ਨਾਮ ਰਾਜ ਕੁਮਾਰ ਸ਼ੁਕਲਾ ਹੈ। ਆਈ ਐਮ ਫਰੋਮ ਚੰਪਾਰਨ, ਮੈਂ ਚੰਪਾਰਨ ਤੋਂ ਹਾਂ। ਐਂਡ ਆਈ ਵਾਂਟ ਯੂ ਟੂ ਕਮ ਟੂ ਮਾਈ ਡਿਸਟ੍ਰਿਕਟ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਡਿਸਟ੍ਰਿਕਟ ਮੇਰੇ ਨਾਲ ਚੱਲੋ। ਗਾਂਧੀ ਹੈਡ ਨੈਵਰ ਹਰਡ ਆਫ ਦਿਸ ਨੇਮ, ਗਾਂਧੀ ਜੀ ਨੇ ਇਹ ਨਾਮ ਪਹਿਲਾਂ ਕਦੇ ਸੁਣਿਆ ਹੀ ਨਹੀਂ ਸੀ। ਇਟ ਵਾਜ਼ ਇਨ ਦਾ ਫੁੱਟ ਹਿਲਸ ਆਫ ਦਾ ਟੋਵਰਿੰਗ ਹਿਮਾਲਿਆ। ਇਹ ਕੀ ਹੈ? ਟੋਵਰਿੰਗ ਹਿਮਾਲਿਆ ਦੇ ਕੀ ਹੈ? ਫੁੱਟ ਹਿਲਸ ਦੇ ਉੱਪਰ ਇਹ ਜਗ੍ਹਾ ਸੀ। ਉਸਦਾ ਜੋ ਟਾਊਨ ਸੀ, ਡਿਸਟ੍ਰਿਕਟ ਸੀ ਚੰਪਾਰਨ, ਉਹ ਟੋਵਰਿੰਗ ਹਿਮਾਲਿਆ, ਬਹੁਤ ਵੱਡੇ ਹਿਮਾਲਿਆ ਦੇ ਕੀ ਹੈ ਤਲਹੱਟੀ ਉੱਤੇ ਸਥਿਤ ਸੀ, ਨੀਅਰ ਦਾ ਕਿੰਗਡਮ ਆਫ ਨੇਪਾਲ, ਨੇਪਾਲ ਕਿੰਗਡਮ ਦੇ ਇਹ ਨੇੜੇ ਸੀ। ਅੰਡਰ ਐਨ ਐਂਸ਼ੀਅੰਟ ਅਰੇਂਜਮੈਂਟ, ਇੱਕ ਪੁਰਾਤਨ ਅਰੇਂਜਮੈਂਟ ਦੇ ਅਨੁਸਾਰ, ਦ ਚੰਪਾਰਨ ਪੀਜ਼ੈਂਟਸ ਵਰ ਸ਼ੇਅਰ ਕ੍ਰੌਪਰਸ, ਜੋ ਚੰਪਾਰਨ ਦੇ ਕਿਸਾਨ ਸਨ ਉਹ ਸ਼ੇਅਰ ਕ੍ਰੌਪਰ ਸਨ। ਸ਼ੇਅਰ ਕ੍ਰੌਪਰਸ ਕੌਣ ਹੁੰਦੇ ਆ? ਜੋ ਠੇਕੇ ਉੱਤੇ ਜ਼ਮੀਨ ਲੈ ਕੇ ਉਸਦੀ ਵਾਹੀ ਕਰਦੇ ਹਨ, ਜਾਂ ਕਿਰਾਏ ਉੱਪਰ ਅਸੀਂ ਕਹਿ ਸਕਦੇ ਹਾਂ ਕਿ ਜ਼ਮੀਨ ਲੈ ਕੇ ਵਾਹੀ ਕਰਦੇ ਹਨ, ਖੇਤੀ ਕਰਦੇ ਹਨ, ਉੱਥੇ ਉਹਨਾਂ ਨੂੰ ਸ਼ੇਅਰ ਕ੍ਰੌਪਰਸ ਕਹਿੰਦੇ ਹਨ। ਰਾਜ ਕੁਮਾਰ ਸ਼ੁਕਲਾ ਵਾਜ਼ ਵਨ ਆਫ ਦੈਮ, ਰਾਜ ਕੁਮਾਰ ਸ਼ੁਕਲਾ ਵੀ ਅਜਿਹੇ ਕਿਸਾਨਾਂ ਦੇ ਵਿੱਚੋਂ ਹੀ ਸੀ ਜੋ ਕਿ ਇੱਕ ਸ਼ੇਅਰ ਕ੍ਰੌਪਰ ਹੀ ਸੀ। ਹੀ ਵਾਜ਼ ਇਲਟਰੇਟ, ਉਹ ਅਨਪੜ੍ਹ ਸੀ, ਬਟ ਰੈਜ਼ੋਲਿਊਟ, ਪਰ ਕੀ ਹੈ ਪੱਕੇ ਇਰਾਦੇ ਵਾਲਾ ਸੀ। ਹੀ ਹੈਡ ਕਮ ਟੂ ਕਾਂਗਰਸ ਸੈਸ਼ਨ, ਉਹ ਕਾਂਗਰਸ ਸੈਸ਼ਨ ਦੇ ਵਿੱਚ ਆਇਆ ਸੀ। ਟੂ ਕੰਪਲੇਂਟ ਅਬਾਊਟ ਦਾ ਇਨਜਸਟਿਸ ਆਫ ਲੈਂਡਲੋਰਡ ਸਿਸਟਮ ਇਨ ਬਿਹਾਰ, ਉਹ ਬਿਹਾਰ ਦੇ ਵਿੱਚ ਜੋ ਲੈਂਡਲੋਰਡ ਸਿਸਟਮ ਚੱਲ ਰਿਹਾ ਸੀ ਉਸਦੀ ਕੰਪਲੇਂਟ ਕਰਨ ਦੇ ਲਈ ਇਹ ਕਾਂਗਰਸ ਸੈਸ਼ਨ ਦੇ ਵਿੱਚ ਆਇਆ ਸੀ। ਐਂਡ ਸਮਬੋਡੀ ਹੈਡ ਪ੍ਰੋਬੇਬਲੀ ਸੈਡ ਸਪੀਕ ਟੂ ਗਾਂਧੀ, ਅਤੇ ਸ਼ਾਇਦ ਉਸਨੂੰ ਕਿਸੇ ਨੇ ਕਹਿ ਦਿੱਤਾ ਸੀ ਕਿ ਗਾਂਧੀ ਜੀ ਨਾਲ ਤੂੰ ਗੱਲ ਕਰ। ਗਾਂਧੀ ਟੋਲਡ ਸ਼ੁਕਲਾ ਹੀ ਹੈਡ ਐਨ ਅਪੁਆਇੰਟਮੈਂਟ ਇਨ ਕਾਨਪੁਰ, ਗਾਂਧੀ ਜੀ ਨੇ ਸ਼ੁਕਲਾ ਨੂੰ ਕੀ ਕਿਹਾ ਕਿ ਉਹਨਾਂ ਦੀ ਇੱਕ ਅਪੁਆਇੰਟਮੈਂਟ ਹੈ ਕਾਨਪੁਰ ਵੱਲ,
ਇਹ ਜੋ ਸਪੈਲਿੰਗ ਹਨ, ਪੁਰਾਣਾ ਕਾਨਪੁਰ ਜੋ ਹੈ ਉਹ ਇਸ ਤਰ੍ਹਾਂ ਸਪੈਲਿੰਗ ਪਾਏ ਜਾਂਦੇ ਸਨ ਕਾਨਪੁਰ ਦੇ ਪਹਿਲਾਂ। ਐਂਡ ਵਾਜ਼ ਆਲਸੋ ਕਮਿਟਡ ਟੂ ਗੋ ਟੂ ਅਦਰ ਪਾਰਟਸ ਆਫ ਇੰਡੀਆ। ਗਾਂਧੀ ਜੀ ਨੇ ਦੱਸਿਆ ਕਿ ਉਹਨਾਂ ਦੀ ਕਾਨਪੁਰ ਵਿੱਚ ਇੱਕ ਅਪਾਇੰਟਮੈਂਟ ਹੈ ਅਤੇ ਉਹਨਾਂ ਨੇ ਇੰਡੀਆ ਦੇ ਹੋਰ ਕਈ ਭਾਗਾਂ ਦੇ ਵਿੱਚ ਵੀ ਜਾਣਾ ਹੈ। ਸ਼ੁਕਲਾ ਅਕੰਪਨਡ ਹਿਮ ਐਵਰੀਵੇਅਰ। ਸ਼ੁਕਲਾ ਕੀ ਹੈ, ਗਾਂਧੀ ਜੀ ਦੇ ਨਾਲ ਹੀ ਗਏ, ਜਿੱਥੇ ਵੀ ਗਾਂਧੀ ਜੀ ਗਏ ਸ਼ੁਕਲਾ ਉਹਨਾਂ ਦੇ ਨਾਲ ਹੀ ਗਏ। ਦੈਨ ਗਾਂਧੀ ਰਿਟਰਨ ਟੂ ਹਿਜ਼ ਆਸ਼ਰਮ ਨੀਅਰ ਅਹਿਮਦਾਬਾਦ। ਉਸ ਤੋਂ ਬਾਅਦ ਗਾਂਧੀ ਜੀ ਆਪਣੇ ਆਸ਼ਰਮ ਵਾਪਸ ਆ ਗਏ ਜੋ ਕਿ ਅਹਿਮਦਾਬਾਦ ਦੇ ਨੇੜੇ ਸੀ। ਸ਼ੁਕਲਾ ਫੋਲੋਡ ਹਿਮ ਟੂ ਦਾ ਆਸ਼ਰਮ। ਸ਼ੁਕਲਾ ਕੀ ਹੈ, ਗਾਂਧੀ ਜੀ ਦੇ ਆਸ਼ਰਮ ਤੱਕ ਵੀ ਉਹਨਾਂ ਦੇ ਪਿੱਛੇ ਆਇਆ। ਫॉर ਵੀਕਸ ਹੀ ਨੈਵਰ ਲੈਫਟ ਗਾਂਧੀ ਸਾਈਡ। ਕਈ ਹਫ਼ਤਿਆਂ ਤੱਕ ਉਹ ਗਾਂਧੀ ਜੀ ਦੇ ਨਾਲ ਹੀ ਰਹੇ, ਉਹਨਾਂ ਦੀ ਸਾਈਡ ਉਹਨਾਂ ਨੇ ਛੱਡੀ ਹੀ ਨਾ। ਫਿਕਸ ਆ ਡੇਟ ਹੀ ਪੈਕ। ਅਤੇ ਸ਼ੁਕਲਾ ਗਾਂਧੀ ਜੀ ਨੂੰ ਇਹ ਰਿਕੁਐਸਟ ਕਰਦੇ ਰਹੇ ਕਿ ਮੇਰੇ ਨਾਲ ਇੱਕ ਡੇਟ ਫਿਕਸ ਕਰੋ। ਇੰਪ੍ਰੈਸਡ ਬਾਈ ਦਾ ਸ਼ੇਅਰ ਕ੍ਰੌਪਰਜ਼ ਟੀਨੈਸਿਟੀ। ਗਾਂਧੀ ਜੀ ਉਸ ਸ਼ੇਅਰ ਕ੍ਰੌਪਰ ਦੀ ਦ੍ਰਿੜਤਾ ਤੋਂ, ਫਿਰਮਨੈਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਐਂਡ ਸਟੋਰੀ ਗਾਂਧੀ ਸੈਡ ਆਈ ਹੈਵ ਟੂ ਬੀ ਇਨ ਕੈਲਕਟਾ ਔਨ ਸੱਚ ਐਂਡ ਸੱਚ ਅ ਡੇਟ। ਅਤੇ ਉਸ ਦੀ ਸਟੋਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀ, ਉਸ ਕਿਸਾਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀ। ਅਤੇ ਗਾਂਧੀ ਜੀ ਨੇ ਉਸ ਨੂੰ ਕੀ ਕਿਹਾ, ਆਈ ਹੈਵ ਟੂ ਬੀ ਇਨ ਕੈਲਕਟਾ ਔਨ ਸੱਚ ਐਂਡ ਸੱਚ ਡੇਟ, ਕਿ ਮੈਂ ਇਸ ਤਰੀਕ ਨੂੰ ਕੈਲਕਟਾ ਜਾਣਾ ਹੈ। ਕਮ ਐਂਡ ਮੀਟ ਮੀ, ਆਓ ਅਤੇ ਮੈਨੂੰ ਉੱਥੇ ਮਿਲ ਲਓ। ਐਂਡ ਟੇਕ ਮੀ ਫਰੋਮ ਦੇਅਰ, ਅਤੇ ਮੈਨੂੰ ਉੱਥੋਂ ਤੁਸੀਂ ਆਪਣੇ ਨਾਲ ਲੈ ਜਾਣਾ। ਮੰਥਸ ਪਾਸਡ, ਕਈ ਮਹੀਨੇ ਬੀਤ ਗਏ। ਸ਼ੁਕਲਾ ਵਾਜ਼ ਸਿਟਿੰਗ ਔਨ ਹਿਸ ਹਾਂਚਸ ਐਟ ਦਾ ਅਪਾਇੰਟਡ ਸਪੌਟ ਇਨ ਕੈਲਕਟਾ ਵੈਨ ਗਾਂਧੀ ਅਰਾਈਵਡ। ਸ਼ੁਕਲਾ ਕੀ ਹੈ, ਉਸ ਨਿਰਧਾਰਿਤ ਡੇਟ ਨੂੰ ਕੈਲਕਤਾ ਵਿੱਚ, ਕੋਲਕਾਤਾ ਦੇ ਵਿੱਚ ਕੀ ਹੈ, ਉਸ ਜਗ੍ਹਾ ਉੱਤੇ ਪਹੁੰਚ ਗਿਆ ਜਿੱਥੇ ਗਾਂਧੀ ਜੀ ਨੇ ਸ਼ੁਕਲਾ ਨੂੰ ਮਿਲਣ ਦੇ ਲਈ ਕਿਹਾ ਸੀ। ਅਤੇ ਉਹ ਆਪਣੇ ਗੋਡਿਆਂ ਦੇ ਭਾਰ ਬੈਠਾ ਸੀ, ਜਿਸ ਤਰ੍ਹਾਂ ਕਿਸਾਨ ਬੈਠ ਜਾਂਦੇ ਹਨ। ਹਾਉਂਚਸ ਕੀ ਹੁੰਦਾ, ਗੋਡਿਆਂ ਦੇ ਭਾਰ ਬੈਠ ਕੇ ਗਾਂਧੀ ਜੀ ਦਾ ਇੰਤਜ਼ਾਰ ਕਰ ਰਿਹਾ ਸੀ। ਗਾਂਧੀ ਜੀ ਆਏ, ਹੀ ਵੇਟਡ ਟਿਲ ਗਾਂਧੀ ਵਾਜ਼ ਫ੍ਰੀ। ਸ਼ੁਕਲਾ ਨੇ ਉਹਨਾਂ ਦਾ ਇੰਤਜ਼ਾਰ ਕੀਤਾ ਜਦ ਤੱਕ ਗਾਂਧੀ ਜੀ ਫ੍ਰੀ ਨਾ ਹੋ ਗਏ। ਦੈਨ ਦਾ ਟੂ ਆਫ ਦੈਮ ਬੋਰਡਡ ਏ ਟ੍ਰੇਨ। ਫਿਰ ਦੋਨੋਂ ਇੱਕ ਟ੍ਰੇਨ ਉੱਤੇ ਸਵਾਰ ਹੋਏ। ਫॉर ਦਾ ਸਿਟੀ ਆਫ ਪਟਨਾ ਇਨ ਬਿਹਾਰ, ਪਟਨਾ ਸ਼ਹਿਰ ਦੇ ਲਈ ਜੋ ਕਿ ਬਿਹਾਰ ਦੇ ਵਿੱਚ ਹੈ। ਦੇਅਰ ਸ਼ੁਕਲਾ ਲੈਡ ਹਿਮ ਟੂ ਦਾ ਹਾਊਸ ਆਫ ਏ ਲਾਇਰ। ਉੱਥੋਂ ਸ਼ੁਕਲਾ ਗਾਂਧੀ ਜੀ ਨੂੰ ਕਿੱਥੇ ਲੈ ਗਏ, ਇੱਕ ਵਕੀਲ ਦੇ ਘਰ ਲੈ ਗਏ। ਹਾਊਸ ਆਫ ਏ ਲਾਇਰ ਨੇਮਡ ਰਜਿੰਦਰ ਪ੍ਰਸਾਦ, ਜਿਸ ਦਾ ਨਾਮ ਕੀ ਸੀ, ਰਜਿੰਦਰ ਪ੍ਰਸਾਦ। ਹੂ ਲੇਟਰ ਬਿਕੇਮ ਪ੍ਰੈਜ਼ੀਡੈਂਟ ਆਫ ਕਾਂਗਰਸ ਪਾਰਟੀ ਐਂਡ ਆਫ ਇੰਡੀਆ, ਜੋ ਕਿ ਬਾਅਦ ਵਿੱਚ ਕੀ ਹੈ, ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਬਣੇ ਅਤੇ ਇੰਡੀਆ ਦੇ ਵੀ ਉਹ ਪ੍ਰੈਜ਼ੀਡੈਂਟ ਬਣੇ, ਰਾਸ਼ਟਰਪਤੀ ਬਣੇ। ਰਜਿੰਦਰ ਪ੍ਰਸਾਦ ਵਾਜ਼ ਆਊਟ ਆਫ ਟਾਊਨ। ਜਦ ਰਾਜਕੁਮਾਰ ਸ਼ੁਕਲਾ ਗਾਂਧੀ ਜੀ ਨੂੰ ਰਜਿੰਦਰ ਪ੍ਰਸਾਦ ਦੇ ਘਰ ਲੈ ਕੇ ਗਏ ਤਾਂ ਰਜਿੰਦਰ ਪ੍ਰਸਾਦ ਉਸ ਸਮੇਂ ਘਰ ਨਹੀਂ ਸਨ। ਬਟ ਦਾ ਸਰਵੈਂਟਸ ਨਿਊ ਸ਼ੁਕਲਾ ਐਜ਼ ਅ ਪਿਓਰ ਯੋਮੈਨ। ਪਰ ਸਰਵੈਂਟਸ ਸਨ ਜੋ ਰਜਿੰਦਰ ਪ੍ਰਸਾਦ ਦੇ, ਉਹ ਜਾਣਦੇ ਸਨ ਸ਼ੁਕਲਾ ਨੂੰ ਕਿ ਉਹ ਇੱਕ ਗਰੀਬ ਕਿਸਾਨ ਹੈ। ਯੋਮੈਨ ਕੀ ਹੁੰਦਾ, ਫਾਰਮਰ, ਕਿਸਾਨ। ਹੂ ਪੈਸਟਡ ਦੇਅਰ ਮਾਸਟਰ, ਜੋ ਕਿ ਉਹਨਾਂ ਦੇ ਮਾਸਟਰ ਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ, ਯਾਨੀ ਕਿ ਰਜਿੰਦਰ ਪ੍ਰਸਾਦ ਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ। ਟੂ ਹੈਲਪ ਦਾ ਇੰਡੀਗੋ ਸ਼ੇਅਰ ਕ੍ਰੌਪਰਸ, ਕਿ ਉਹ ਇੰਡੀਗੋ ਸ਼ੇਅਰ ਕ੍ਰੌਪਰਸ ਦੀ ਹੈਲਪ ਕਰਨ। ਸੋ ਦੇ ਲੈਟ ਹਿਮ ਸਟੇ ਔਨ ਦਾ ਗਰਾਊਂਡਸ ਵਿਦ ਹਿਜ਼ ਕੰਪੈਨੀਅਨ ਗਾਂਧੀ। ਇਸ ਲਈ ਉਹਨਾਂ ਨੇ ਉਸ ਨੂੰ ਉੱਥੇ ਹੀ ਇੰਤਜ਼ਾਰ ਕਰਨ ਦੀ ਆਗਿਆ ਦੇ ਦਿੱਤੀ, ਆਪਣੇ ਸਾਥੀ ਗਾਂਧੀ ਦੇ ਨਾਲ। ਤੇ ਰਾਜਕੁਮਾਰ ਸ਼ੁਕਲਾ ਗਾਂਧੀ ਜੀ ਦੇ ਨਾਲ ਉੱਥੇ ਹੀ ਇੰਤਜ਼ਾਰ ਕਰਨ ਲੱਗਿਆ। whom they took to be another peasant। ਗਾਂਧੀ ਜੀ ਨੂੰ ਵੀ ਉਹਨਾਂ ਨੇ ਇੱਕ ਹੋਰ ਕਿਸਾਨ ਸਮਝ ਲਿਆ ਸੀ। ਬਟ ਗਾਂਧੀ was not permitted to draw water from the well। ਪਰ ਗਾਂਧੀ ਜੀ ਨੂੰ ਆਗਿਆ ਨਾ ਦਿੱਤੀ ਗਈ ਖੂਹ ਦੇ ਵਿੱਚੋਂ ਪਾਣੀ ਕੱਢਣ ਦੇ ਲਈ। lest some drops from his bucket pollute the entire source। ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇਕਰ ਗਾਂਧੀ ਜੀ ਦੀ ਬਕਟ ਦੇ ਵਿੱਚੋਂ, ਬਾਲਟੀ ਦੇ ਵਿੱਚੋਂ ਕੁਝ ਬੂੰਦਾਂ ਉਸ ਖੂਹ ਦੇ ਵਿੱਚ ਦੁਬਾਰਾ ਡਿੱਗ ਪਈਆਂ ਤਾਂ ਕੀ ਹੈ, ਉਸ ਖੂਹ ਦਾ ਪਾਣੀ ਪੋਲਿਊਟ ਹੋ ਜਾਵੇਗਾ। ਕਿਉਂਕਿ ਉਹਨਾਂ ਨੇ ਗਾਂਧੀ ਜੀ ਨੂੰ ਕੀ ਹੈ, ਇੱਕ ਅਛੂਤ ਵਿਅਕਤੀ ਸਮਝ ਲਿਆ ਸੀ, ਜਿਵੇਂ ਕਿ ਰਾਜਕੁਮਾਰ ਸ਼ੁਕਲਾ ਸੀ। ਹਾਊ ਡਿਡ ਦੇ ਨੋ ਦੈਟ ਹੀ ਵਾਜ਼ ਨਾਟ ਐਨ ਅਨਟੱਚੇਬਲ। ਉਹਨਾਂ ਨੂੰ ਇਸ ਤਰ੍ਹਾਂ ਕਿਵੇਂ ਪਤਾ ਲੱਗਦਾ ਕਿ ਗਾਂਧੀ ਜੀ ਇੱਕ ਅਨਟੱਚੇਬਲ ਵਿਅਕਤੀ ਨਹੀਂ ਸਨ, ਅਛੂਤ ਨਹੀਂ ਸਨ। ਜਿਵੇਂ ਕਿ ਉਸ ਸਮੇਂ ਇਸ ਤਰ੍ਹਾਂ ਜਾਤ ਪਾਤ ਦੇ ਨਾਮ ਤੇ ਮੰਨਿਆ ਜਾਂਦਾ ਸੀ, ਛੋਟੀਆਂ ਜਾਤਾਂ ਮੰਨੀਆਂ ਜਾਂਦੀਆਂ ਸੀ, ਵੱਡੀਆਂ ਜਾਤਾਂ ਮੰਨੀਆਂ ਜਾਂਦੀਆਂ ਸੀ। ਇਸ ਤਰ੍ਹਾਂ ਉਹਨਾਂ ਨੇ ਕੀ ਹੈ, ਗਾਂਧੀ ਜੀ ਨੂੰ ਇੱਕ ਅਛੂਤ ਸਮਝ ਲਿਆ ਸੀ। ਗਾਂਧੀ ਡਿਸਾਈਡਡ ਟੂ ਗੋ ਫਸਟ ਟੂ ਮੁਜ਼ੱਫਰਪੁਰ। ਗਾਂਧੀ ਜੀ ਨੇ ਸਭ ਤੋਂ ਪਹਿਲਾਂ ਕੀ ਫੈਸਲਾ ਕੀਤਾ, ਮੁਜ਼ੱਫਰਪੁਰ ਜਾਣ ਦਾ ਫੈਸਲਾ ਕੀਤਾ। ਵਿਚ ਵਾਜ਼ ਐਨ ਰੂਟ ਟੂ ਚੰਪਾਰਨ, ਜਿਹੜਾ ਕੀ ਹੈ, ਚੰਪਾਰਨ ਦੇ ਬਿਲਕੁਲ ਰੂਟ ਉੱਤੇ ਹੀ ਸੀ। ਟੂ ਅਬਟੇਨ ਮੋਰ ਕੰਪਲੀਟ ਇਨਫੋਰਮੇਸ਼ਨ ਅਬਾਊਟ ਕੰਡੀਸ਼ਨਸ
ਇੱਕ ਜ਼ਿਆਦਾ ਇਨਫੋਰਮੇਸ਼ਨ ਲੈਣ ਦੇ ਲਈ ਇਹਨਾਂ ਕਿਸਾਨਾਂ ਦੀਆਂ ਹਾਲਤਾਂ ਦੇ ਬਾਰੇ then ਸ਼ੁਕਲਾ was capable of imparting, ਕਿਉਂਕਿ ਸ਼ੁਕਲਾ ਪੂਰੀ ਜਾਣਕਾਰੀ ਦੇਣ ਦੇ ਲਈ ਯੋਗ ਨਹੀਂ ਸੀ। ਇਸ ਲਈ ਗਾਂਧੀ ਜੀ ਕੀ ਚਾਹੁੰਦੇ ਸੀ, ਕਿਸਾਨਾਂ ਦੇ ਬਾਰੇ ਪੂਰੀ ਜਾਣਕਾਰੀ ਮੈਂ ਪਹਿਲਾਂ ਪ੍ਰਾਪਤ ਕਰਾਂ ਅਤੇ ਫਿਰ ਹੀ ਕੋਈ ਐਕਸ਼ਨ ਲਵਾਂ। ਇਸ ਲਈ ਗਾਂਧੀ ਜੀ ਨੇ ਕੀ ਫੈਸਲਾ ਕੀਤਾ, ਮੁਜ਼ੱਫਰਪੁਰ ਪਹਿਲਾਂ ਜਾਣ ਦਾ ਫੈਸਲਾ ਕੀਤਾ। He accordingly sent a telegram to Professor J.B. Kripalani, ਇਸ ਲਈ ਉਹਨਾਂ ਨੇ ਕੀ ਹੈ, ਇੱਕ ਟੈਲੀਗ੍ਰਾਮ ਭੇਜਿਆ ਪ੍ਰੋਫੈਸਰ ਜੇ.ਬੀ. ਕ੍ਰਿਪਲਾਨੀ ਨੂੰ ਆਫ ਦਾ ਆਰਟਸ ਕਾਲਜ ਇਨ ਮੁਜ਼ੱਫਰਪੁਰ, ਜੋ ਕਿ ਹੈ ਮੁਜ਼ੱਫਰਪੁਰ ਦੇ ਵਿੱਚ ਆਰਟਸ ਕਾਲਜ ਦੇ ਵਿੱਚ ਪ੍ਰੋਫੈਸਰ ਸਨ, whom he had seen at ਟੈਗੋਰਸ ਸ਼ਾਂਤੀ ਨਿਕੇਤਨ ਸਕੂਲ, ਜਿਸ ਨੂੰ ਕੀ ਹੈ ਗਾਂਧੀ ਜੀ ਟੈਗੋਰ ਦੇ ਸ਼ਾਂਤੀ ਨਿਕੇਤਨ ਸਕੂਲ ਵਿੱਚ ਪਹਿਲਾਂ ਹੀ ਮਿਲ ਚੁੱਕੇ ਸਨ। The train arrived at midnight, ਟ੍ਰੇਨ ਕੀ ਹੈ ਮਿਡਨਾਈਟ ਨੂੰ, ਅੱਧੀ ਰਾਤ ਨੂੰ ਉੱਥੇ ਪਹੁੰਚੀ। 15 ਅਪ੍ਰੈਲ 1947 ਦਾ ਇਹ ਦਿਨ ਸੀ। Kripalani was waiting at the school station with a large body of students. ਕ੍ਰਿਪਲਾਨੀ ਗਾਂਧੀ ਜੀ ਦਾ ਇੰਤਜ਼ਾਰ ਕਰ ਰਹੇ ਸਨ, ਬਹੁਤ ਸਾਰੇ ਸਟੂਡੈਂਟਸ ਦੇ ਨਾਲ ਸਟੇਸ਼ਨ ਉੱਤੇ ਹੀ ਇੰਤਜ਼ਾਰ ਕਰ ਰਹੇ ਸਨ। ਗਾਂਧੀ stayed there for 2 days in the house of Professor ਮਲਕਾਨੀ, ਗਾਂਧੀ ਜੀ ਉੱਥੇ ਪ੍ਰੋਫੈਸਰ ਮਲਕਾਨੀ ਦੇ ਘਰ 2 ਦਿਨਾਂ ਤੱਕ ਰਹੇ। ਅ ਟੀਚਰ ਇਨ ਗਵਰਨਮੈਂਟ ਸਕੂਲ, ਜੋ ਕਿ ਗਵਰਨਮੈਂਟ ਸਕੂਲ ਦੇ ਵਿੱਚ ਇੱਕ ਟੀਚਰ ਸਨ। ਹੁਣ ਦੇਖੋ ਸਟੇਸ਼ਨ ਤੋਂ ਕੌਣ ਰਿਸੀਵ ਕਰਨ ਗਿਆ, ਪ੍ਰੋਫੈਸਰ ਕ੍ਰਿਪਲਾਨੀ ਉਹਨਾਂ ਨੂੰ ਸਟੇਸ਼ਨ ਤੋਂ ਰਿਸੀਵ ਕਰਨ ਗਏ ਸੀ, ਪਰ ਗਾਂਧੀ ਜੀ ਕਿਹਨਾਂ ਦੇ ਘਰੇ ਰਹੇ ਸੀ, ਪ੍ਰੋਫੈਸਰ ਮਲਕਾਨੀ ਦੇ ਘਰ ਰਹੇ ਸੀ, ਜੋ ਕਿ ਗਵਰਨਮੈਂਟ ਸਕੂਲ ਦੇ ਵਿੱਚ ਇੱਕ ਟੀਚਰ ਸਨ। ਇਟ ਵਾਜ਼ ਐਨ ਐਕਸਟਰਾ ਆਰਡਨਰੀ ਥਿੰਗ ਇਨ ਦੋਜ਼ ਡੇਜ਼, ਇਹ ਇੱਕ ਬੜੀ ਹੀ ਅਸਧਾਰਨ ਗੱਲ ਸੀ ਉਹਨਾਂ ਦਿਨਾਂ ਦੇ ਵਿੱਚ। ਜਿਵੇਂ ਕਿ ਗਾਂਧੀ ਜੀ ਕਮੈਂਟ ਕਰਦੇ ਹਨ, ਫॉर ਅ ਗਵਰਨਮੈਂਟ ਪ੍ਰੋਫੈਸਰ, ਇੱਕ ਗਵਰਨਮੈਂਟ ਪ੍ਰੋਫੈਸਰ ਦੇ ਲਈ ਬੜੀ ਹੀ ਅਸਧਾਰਨ ਜਿਹੀ ਗੱਲ ਸੀ, ਟੂ ਹਾਰਬੋਰ ਏ ਮੈਨ ਲਾਈਕ ਮੀ, ਕਿ ਮੇਰੇ ਵਰਗੇ ਵਿਅਕਤੀ ਨੂੰ ਇੱਥੇ ਰਹਿਣ ਦੇ ਲਈ ਕੀ ਹੈ ਜਗ੍ਹਾ ਦੇ ਦੇਣੀ। ਇਨ ਸਮਾਲਰ ਲੋਕੈਲਿਟੀਜ਼, ਉਹਨਾਂ ਛੋਟੀਆਂ ਲੋਕੈਲਿਟੀਜ਼ ਦੇ ਵਿੱਚ, ਛੋਟੇ ਛੋਟੇ ਖੇਤਰਾਂ ਦੇ ਵਿੱਚ, ਦ ਇੰਡੀਅਨਸ ਵਰ ਅਫਰੇਡ ਟੂ ਸ਼ੋ ਸਿੰਪਥੀ, ਜਿੱਥੇ ਕੀ ਹੈ ਭਾਰਤੀ ਡਰਦੇ ਸਨ ਹਮਦਰਦੀ ਦਿਖਾਉਣ ਦੇ ਲਈ, ਫॉर ਐਡਵੋਕੇਟਸ ਆਫ ਹੋਮ ਰੂਲ, ਜੋ ਕੀ ਹੈ ਹੋਮ ਰੂਲ ਦੇ ਐਡਵੋਕੇਟ ਸਨ, ਯਾਨੀ ਕਿ ਜੋ ਆਜ਼ਾਦੀ ਚਾਹੁੰਦੇ ਸਨ ਵਿਅਕਤੀ, ਉਹਨਾਂ ਦੀ ਸਹਾਇਤਾ ਕਰਨ ਤੋਂ ਲੋਕ ਕੀ ਹੈ ਅਕਸਰ ਡਰਦੇ ਹੁੰਦੇ ਸੀ। ਪਰ ਗਾਂਧੀ ਜੀ ਇਸ ਗੱਲ ਤੋਂ ਹੈਰਾਨ ਸੀ ਕਿ ਇੱਥੇ ਉਹਨਾਂ ਦੀ ਕੀ ਹੈ ਸਹਾਇਤਾ ਕੀਤੀ ਗਈ ਸੀ। The news of Gandhi's advent and of nature of his mission spread quickly through Muzaffarpur and to Champaran, ਗਾਂਧੀ ਜੀ ਦੇ ਆਉਣ ਦੀ ਖਬਰ ਅਤੇ ਉਹਨਾਂ ਦੇ ਮਿਸ਼ਨ ਦਾ ਜੋ ਨੇਚਰ ਸੀ ਵੀ ਕਿਸ ਮਿਸ਼ਨ ਨਾਲ ਉਹ ਇੱਥੇ ਆਏ ਹੋਏ ਹਨ, ਕਿਸਾਨਾਂ ਦੀ ਸਹਾਇਤਾ ਕਰਨ ਦੇ ਲਈ ਉਹ ਆਏ ਹੋਏ ਹਨ। ਮੁਜ਼ੱਫਰ ਵਿੱਚ ਤਾਂ ਇਹ ਗੱਲ ਫੈਲੀ ਹੀ, ਮੁਜ਼ੱਫਰਪੁਰ ਤੋਂ ਅੱਗੇ ਚੰਪਾਰਨ ਤੱਕ ਵੀ ਇਹ ਗੱਲ ਫੈਲ ਗਈ। ਸ਼ੇਅਰ ਕ੍ਰੌਪਰਸ ਫਰੋਮ ਚੰਪਾਰਨ ਬਿਗੈਨ ਅਰਾਈਵਿੰਗ ਔਨ ਫੁੱਟ, ਜੋ ਸ਼ੇਅਰ ਕ੍ਰੌਪਰ ਸਨ ਚੰਪਾਰਨ ਦੇ ਜੋ ਕਿਸਾਨ ਸਨ, ਉਹ ਕੀ ਹੈ ਚੰਪਾਰਨ ਤੋਂ ਉਹਨਾਂ ਨੇ ਆਉਣਾ ਸ਼ੁਰੂ ਕਰ ਦਿੱਤਾ, ਪੈਦਲ ਹੀ ਆਉਣਾ ਸ਼ੁਰੂ ਕਰ ਦਿੱਤਾ ਗਾਂਧੀ ਜੀ ਨੂੰ ਮਿਲਣ ਦੇ ਲਈ। ਐਂਡ ਬਾਈ ਕਨਵੀਨੀਅੰਸ, ਕਦੇ ਕੋਈ ਹੋਰ ਸਾਧਨਾਂ ਤੇ ਵੀ ਆਉਣਾ ਸ਼ੁਰੂ ਕਰ ਦਿੱਤਾ, ਟੂ ਸੀ ਦੇਅਰ ਚੈਂਪੀਅਨ, ਆਪਣੇ ਚੈਂਪੀਅਨ ਨੂੰ ਦੇਖਣ ਦੇ ਲਈ। ਮੁਜ਼ੱਫਰਪੁਰ ਲਾਇਰਸ ਕਾਲਡ ਔਨ ਗਾਂਧੀ ਟੂ ਬਰੀਫ ਹਿਮ, ਮੁਜ਼ੱਫਰਪੁਰ ਦੇ ਜੋ ਵਕੀਲ ਸਨ ਉਹ ਵੀ ਗਾਂਧੀ ਜੀ ਨੂੰ ਮਿਲੇ, ਉਹਨਾਂ ਨੂੰ ਇਸ ਪੂਰੇ ਸੰਘਰਸ਼ ਬਾਰੇ, ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ, ਜਾਂ ਕੋਈ ਉਹਨਾਂ ਦੇ ਜੋ ਕਿਸ ਤਰ੍ਹਾਂ ਦੇ ਕਿਸਾਨਾਂ ਦੇ ਕੇਸ ਚੱਲ ਰਹੇ ਸਨ ਉਹਨਾਂ ਬਾਰੇ ਦੱਸਣ ਦੇ ਲਈ ਗਾਂਧੀ ਜੀ ਦੇ ਕੋਲ ਮੁਜ਼ੱਫਰਪੁਰ ਦੇ ਵਕੀਲ ਵੀ ਪਹੁੰਚੇ। ਦੇ ਫ੍ਰੀਕੁਐਂਟਲੀ ਰਿਪਰੈਜ਼ੈਂਟਡ ਪੀਜ਼ੈਂਟ ਗਰੁੱਪਸ ਇਨ ਕੋਰਟ, ਉਹ ਕੀ ਹੈ ਗਾਂਧੀ ਜੀ ਨੂੰ ਉਹਨਾਂ ਨੇ ਦੱਸਿਆ ਕਿ ਉਹ ਇਹਨਾਂ ਕਿਸਾਨਾਂ ਦੇ ਜੋ ਕੇਸ ਹਨ ਕੋਰਟ ਦੇ ਵਿੱਚ ਉਹਨਾਂ ਦੀ ਅਗਵਾਈ ਕਰਦੇ ਹਨ। ਦੇ ਟੋਲਡ ਹਿਮ ਅਬਾਊਟ ਦੇਅਰ ਕੇਸਸ ਐਂਡ ਰਿਪੋਰਟਡ ਦਾ ਸਾਈਜ਼ ਆਫ ਦੇਅਰ ਫੀ, ਉਹਨਾਂ ਨੇ ਕੀ ਹੈ ਗਾਂਧੀ ਜੀ ਨੂੰ ਇਹਨਾਂ ਕੇਸਸ ਦੇ ਬਾਰੇ ਦੱਸਿਆ ਅਤੇ ਜਿਸ ਤਰ੍ਹਾਂ ਦੀ ਉਹ ਫੀਸ ਲੈਂਦੇ ਸਨ ਕਿਸਾਨਾਂ ਤੋਂ ਉਸ ਦੇ ਬਾਰੇ ਵੀ ਉਹਨਾਂ ਨੇ ਦੱਸਿਆ। ਗਾਂਧੀ ਚਿਡਡ ਦਾ ਲਾਇਰਸ ਫॉर ਕਲੈਕਟਿੰਗ ਬਿਗ ਫੀ ਫਰੋਮ ਦਾ ਸ਼ੇਅਰ ਕ੍ਰੌਪਰਸ, ਗਾਂਧੀ ਜੀ ਨੇ ਉਹਨਾਂ ਵਕੀਲਾਂ ਨੂੰ ਡਾਂਟ ਲਗਾਈ ਕਿ ਉਹ ਕਿਸਾਨਾਂ ਤੋਂ ਬਹੁਤ ਜ਼ਿਆਦਾ ਫੀਸ ਲੈ ਰਹੇ ਸਨ। He said, I have come to the conclusion that we should stop going to law courts, ਗਾਂਧੀ ਜੀ ਨੇ ਕੀ ਕਿਹਾ ਕਿ ਮੈਂ ਇਹ ਨਤੀਜਾ ਕੱਢਿਆ ਹੈ ਕਿ ਸਾਨੂੰ ਹੁਣ ਲਾਅ ਕੋਰਟਸ ਦੇ ਵਿੱਚ ਜਾਣਾ ਬੰਦ ਹੀ ਕਰ ਦੇਣਾ ਚਾਹੀਦਾ ਹੈ। ਟੇਕਿੰਗ ਸੱਚ ਕੇਸਸ ਟੂ ਦਾ ਕੋਰਟਸ ਡਜ਼ ਲਿਟਲ ਗੁੱਡ, ਇਸ ਤਰ੍ਹਾਂ ਦੇ ਕੇਸਸ ਨੂੰ ਕੋਰਟ ਵਿੱਚ ਲੈ ਕੇ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ, ਬਹੁਤ ਘੱਟ ਫਾਇਦਾ ਹੁੰਦਾ ਹੈ। ਵੇਅਰ ਦਾ ਪੀਜ਼ੈਂਟਸ ਆਰ ਸੋ ਕ੍ਰਸ਼ਡ, ਜਿੱਥੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੁਚਲਿਆ ਗਿਆ ਹੈ, ਐਂਡ ਫੀਅਰ ਸਟਿਕਨ, ਅਤੇ ਉਹ ਬਹੁਤ ਜ਼ਿਆਦਾ ਡਰੇ ਹੋਏ ਹਨ।
ਲਾਅ ਕੋਰਟਸ ਆਰ ਯੂਜ਼ਲੈਸ, ਕਿ ਗਾਂਧੀ ਜੀ ਨੇ ਕੀ ਕਿਹਾ, ਜੋ ਇਹ ਲਾਅ ਕੋਰਟਸ ਹਨ ਇਹ ਯੂਜ਼ਲੈਸ ਹਨ। ਦਾ ਰੀਅਲ ਰਿਲੀਫ ਫॉर them ਇਜ਼ ਟੂ ਬੀ ਫ੍ਰੀ ਫਰੋਮ ਫੀਅਰ, ਅਸਲੀ ਰਿਲੀਫ ਉਹਨਾਂ ਦੇ ਲਈ ਕੀ ਹੈ ਕਿ ਉਹਨਾਂ ਨੂੰ ਇਸ ਡਰ ਤੋਂ ਫ੍ਰੀ ਕੀਤਾ ਜਾਵੇ। ਮੋਸਟ ਆਫ ਦਾ ਅਰੇਬਲ ਲੈਂਡ, ਬਹੁਤੀ ਜੋ ਉਪਜਾਊ ਭੂਮੀ ਸੀ, ਅਰੇਬਲ ਲੈਂਡ ਸੀ, ਫਰਟਾਈਲ ਲੈਂਡ ਸੀ ਇਨ ਦਾ ਚੰਪਾਰਨ ਡਿਸਟ੍ਰਿਕਟ ਵਾਸ ਡਿਵਾਈਡਡ ਇਨਟੂ, ਉਹ ਕੀ ਹੈ ਵੰਡੀ ਹੋਈ ਸੀ, ਐਸਟੇਟਸ ਓਨਡ ਬਾਈ ਇੰਗਲਿਸ਼ ਮੈਨ, ਜੋ ਕਿ ਹੈ ਇਹੋ ਜਿਹੇ ਖੇਤਰਾਂ ਵਿੱਚ ਵੰਡੀ ਹੋਈ ਸੀ ਜਿਨ੍ਹਾਂ ਉੱਤੇ ਕਿਹਨਾਂ ਦੀ ਮਾਲਕੀਅਤ ਸੀ, ਇੰਗਲਿਸ਼ ਮੈਨ ਦੀ ਮਾਲਕੀਅਤ ਸੀ, ਉਹਨਾਂ ਦਾ ਕਬਜ਼ਾ ਸੀ। ਐਂਡ ਵਰਕਡ ਬਾਈ ਇੰਡੀਅਨ ਟੀਨੈਂਟਸ, ਅਤੇ ਕੰਮ ਉਹਨਾਂ ਤੇ ਕੌਣ ਕਰਦੇ ਸਨ, ਜੋ ਭਾਰਤੀ ਇਹ ਕਿਰਾਏਦਾਰ ਸਨ, ਜੋ ਜ਼ਮੀਨ ਠੇਕੇ ਉੱਤੇ ਲੈਂਦੇ ਸਨ, ਉਹ ਇੱਥੇ ਕੰਮ ਕਰਦੇ ਸਨ। ਦਾ ਚੀਫ ਕਮਰਸ਼ੀਅਲ ਕ੍ਰੌਪ ਵਾਸ ਇੰਡੀਗੋ, ਜੋ ਮੁੱਖ ਕਮਰਸ਼ੀਅਲ ਕ੍ਰੌਪ ਸੀ ਉਹ ਕੀ ਹੈ ਇੰਡੀਗੋ ਸੀ, ਜਿਸ ਨੂੰ ਵੇਚ ਕੇ ਕਿਸਾਨ ਕੁਝ ਮੁਨਾਫਾ ਕਮਾਉਂਦੇ ਸੀ, ਕੁਝ ਪੈਸੇ ਉਹਨਾਂ ਨੂੰ ਮਿਲਦੇ ਸੀ। ਇਹ ਜੋ ਫਸਲ ਸੀ ਉਹ ਇੰਡੀਗੋ ਸੀ। The landlords compelled all tenants to plant 3/20 or 15% of their holding with indigo, ਇਹ ਜੋ ਲੈਂਡਲॉर्ड ਸਨ ਉਹ ਕਿਸਾਨਾਂ ਨੂੰ ਮਜਬੂਰ ਕਰਦੇ ਸਨ ਕਿ ਉਹ 15% ਜ਼ਮੀਨ ਦੇ ਉੱਪਰ ਇੰਡੀਗੋ ਦੀ ਖੇਤੀ ਕਰਨ। ਜੋ ਵੀ ਉਹਨਾਂ ਦੀ ਜ਼ਮੀਨ ਹੈ ਉਸ ਦੇ ਉੱਤੇ 15% ਉੱਤੇ ਨੀਲ ਦੀ ਖੇਤੀ ਕਰਨ। ਐਂਡ ਸਰੈਂਡਰ ਦਾ ਇੰਟਾਇਰ ਇੰਡੀਗੋ ਹਾਰਵੈਸਟ ਐਜ਼ ਰੈਂਟ, ਅਤੇ ਸਾਰੀ ਜੋ ਇੰਡੀਗੋ ਹਾਰਵੈਸਟ ਹੈ ਉਹ ਰੈਂਟ ਦੇ ਤੌਰ ਤੇ, ਕਿਰਾਏ ਦੇ ਤੌਰ ਤੇ, ਜੋ ਉਹਨਾਂ ਦਾ ਕਿਰਾਇਆ ਬਣਦਾ ਉਸ ਜ਼ਮੀਨ ਦਾ, ਉਸ ਦੇ ਤੌਰ ਤੇ ਉਹ ਅੰਗਰੇਜ਼ਾਂ ਨੂੰ ਦੇ ਦੇਣ। ਦਿਸ ਵਾਸ ਡਨ ਬਾਈ ਲੌਂਗ ਟਰਮ ਕੰਟਰੈਕਟ, ਇਹ ਕੀ ਹੈ ਇੱਕ ਲੰਮੇ ਕੰਟਰੈਕਟ ਦੁਆਰਾ ਇਹ ਸਾਰਾ ਕੰਮ ਚੱਲ ਰਿਹਾ ਸੀ। ਲੰਮੇ ਸਮੇਂ ਤੋਂ ਇਹ ਕੀ ਹੈ ਇੱਕ ਕੰਟਰੈਕਟ ਹੋਇਆ ਗਿਆ ਸੀ ਅਤੇ ਅੱਗੇ ਵੀ ਇਹ ਲੰਮਾ ਸਮਾਂ ਚੱਲਣਾ ਸੀ। Presently, the landlords learned that Germany had developed synthetic indigo, ਹੁਣ ਜੋ ਲੈਂਡਲॉर्ड ਸਨ ਇਹ ਅੰਗਰੇਜ਼ ਸਨ, ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਜਰਮਨੀ ਨੇ ਕੀ ਹੈ ਇੱਕ ਸਿੰਥੈਟਿਕ ਇੰਡੀਗੋ ਬਣਾ ਲਿਆ ਸੀ। ਸਿੰਥੈਟਿਕ ਇੰਡੀਗੋ ਕੀ ਹੁੰਦਾ ਹੈ, ਕੈਮੀਕਲ ਇੰਡੀਗੋ ਬਣਾ ਲਿਆ ਸੀ, ਕੈਮੀਕਲ ਤੋਂ ਤਿਆਰ ਕਰ ਲਿਆ ਸੀ ਨੀਲ। They thereupon obtained agreements from the sharecroppers to pay them compensation ਕੀ ਹੁੰਦਾ ਮੁਆਵਜ਼ਾ। ਉਹਨਾਂ ਨੇ ਕੀ ਹੈ ਜੋ ਸ਼ੇਅਰ ਕ੍ਰੌਪਰਸ, ਜੋ ਲੈਂਡਲॉर्ड ਸਨ, ਇਹਨਾਂ ਨੇ ਕੀ ਕੀਤਾ, ਜੋ ਕਿਸਾਨ ਸਨ ਉਹਨਾਂ ਤੋਂ ਐਗਰੀਮੈਂਟਸ ਲੈ ਲਏ ਅਤੇ ਉਹਨਾਂ ਨੂੰ ਕੀ ਕਿਹਾ ਟੂ ਪੇ them compensation, ਅਤੇ ਉਹਨਾਂ ਤੋਂ ਇੱਕ ਮੁਆਵਜ਼ਾ ਮੰਗਿਆ ਕਿ ਅਸੀਂ ਤੁਹਾਨੂੰ ਕੀ ਆ ਫॉर being released from the 15% ਅਰੇਂਜਮੈਂਟ, ਇਹ ਜੋ 15% ਵਾਲਾ ਅਰੇਂਜਮੈਂਟ ਸੀ, ਜੋ ਕੀ ਹੈ ਇਹ ਕਿਸਾਨ ਉਹਨਾਂ ਨੂੰ 15% ਜ਼ਮੀਨ ਉੱਪਰ ਨੀਲ ਦੀ ਖੇਤੀ ਕਰਕੇ ਦਿੰਦੇ ਸੀ। ਅੰਗਰੇਜ਼ਾਂ ਨੇ ਕਿਸਾਨਾਂ ਨੂੰ ਕੀ ਕਿਹਾ ਕਿ ਅਸੀਂ ਤੁਹਾਨੂੰ ਇਸ ਐਗਰੀਮੈਂਟ ਤੋਂ ਕੀ ਕਰ ਦੇਵਾਂਗੇ, ਮੁਕਤ ਕਰ ਦੇਵਾਂਗੇ, ਪਰ ਤੁਸੀਂ ਸਾਨੂੰ ਇੱਕ ਸਪੈਸ਼ਲ ਮੁਆਵਜ਼ਾ ਦਿਓ, ਇਸ ਦੇ ਬਦਲੇ ਪੈਸੇ ਦਿਓ। ਦਾ ਸ਼ੇਅਰ ਕ੍ਰੌਪਿੰਗ ਅਰੇਂਜਮੈਂਟ ਵਾਸ ਇੱਕ ਸਮ, ਜੋ ਇਹ ਸ਼ੇਅਰ ਕ੍ਰੌਪਿੰਗ ਵਾਲਾ ਪ੍ਰਬੰਧ ਸੀ ਇਹ ਬੜਾ ਹੀ ਕੀ ਹੈ ਇੱਕ ਸਮ ਸੀ, ਬੜਾ ਦਿਮਾਗ ਨੂੰ ਕੀ ਹੈ ਪਰੇਸ਼ਾਨ ਕਰਨ ਵਾਲਾ, ਇਹ ਇੱਕ ਸੀ ਮੁਸੀਬਤ ਵਾਲਾ ਆਪਾਂ ਕਹਿ ਸਕਦੇ ਹਾਂ, ਇੱਕ ਤਰ੍ਹਾਂ ਦਾ ਅਰੇਂਜਮੈਂਟ ਸੀ ਕਿਸਾਨਾਂ ਦੇ ਲਈ। ਐਂਡ ਮੈਨੀ ਸਾਈਨਡ ਵਿਲਿੰਗਲੀ, ਅਤੇ ਬਹੁਤ ਸਾਰੇ ਕਿਸਾਨਾਂ ਨੇ ਇਸ ਅਰੇਂਜਮੈਂਟ ਤੋਂ ਛੁਟਕਾਰਾ ਪਾਉਣ ਦੇ ਲਈ ਕੀ ਹੈ ਆਪਣੀ ਇੱਛਾ ਦੇ ਅਨੁਸਾਰ ਸਾਈਨ ਕਰ ਦਿੱਤੇ। ਦੋਜ਼ ਹੂ ਰੈਸਿਸਟਡ, ਉਹ ਕਿਸਾਨ ਜਿਨ੍ਹਾਂ ਨੇ ਵਿਰੋਧ ਕੀਤਾ ਇਸ ਦਾ, ਐਂਗੇਜਡ ਲਾਇਰਸ, ਉਹਨਾਂ ਨੇ ਆਪਣੇ ਵਕੀਲ ਰੱਖ ਲਏ। ਦ ਲੈਂਡਲॉर्ड्स ਹਾਇਰਡ ਠੱਗਸ, ਲੈਂਡਲॉर्ड्स ਨੇ ਆਪਣੇ ਗੁੰਡੇ ਰੱਖ ਲਏ। ਠੱਗਸ ਕੀ ਹੁੰਦਾ, ਗੁੰਡੇ। ਮੇਨਵਾਈਲ ਦਾ ਇਨਫੋਰਮੇਸ਼ਨ ਆਫ ਵਰਲਡ ਸਿੰਥੈਟਿਕ ਇੰਡੀਗੋ ਰੀਚਡ ਦਾ ਇਲਟਰੇਟ ਪੀਜ਼ੈਂਟਸ, ਇਸੇ ਦੌਰਾਨ ਜੋ ਇਹ ਸਿੰਥੈਟਿਕ ਇੰਡੀਗੋ ਵਾਲੀ ਗੱਲ ਸੀ, ਇਹ ਖਬਰ ਸੀ ਇਹ ਅਨਪੜ੍ਹ ਕਿਸਾਨਾਂ ਤੱਕ ਵੀ ਪਹੁੰਚ ਗਈ। ਹੂ ਹੈਡ ਸਾਈਨਡ, ਜਿਨ੍ਹਾਂ ਨੇ ਸਾਈਨ ਕਰ ਦਿੱਤੇ ਸਨ। ਐਂਡ ਦੇ ਵਾਂਟਡ ਦੇਅਰ ਮਨੀ ਬੈਕ, ਅਤੇ ਹੁਣ ਉਹ ਕੀ ਹੈ ਆਪਣੇ ਪੈਸੇ ਵਾਪਸ ਚਾਹੁੰਦੇ ਸਨ। ਐਟ ਦਿਸ ਪੁਆਇੰਟ ਗਾਂਧੀ ਅਰਾਈਵਡ ਇਨ ਚੰਪਾਰਨ, ਹੁਣ ਗਾਂਧੀ ਜੀ ਵੀ ਕੀ ਹੈ ਚੰਪਾਰਨ ਆ ਗਏ ਸਨ। ਹੀ ਬਿਗੈਨ ਬਾਈ ਟਰਾਈਂਗ ਟੂ ਗੈਟ ਦਾ ਫੈਕਟਸ, ਹੁਣ ਉਹਨਾਂ ਨੇ ਕੀ ਹੈ ਪੂਰੀ ਸੱਚਾਈ ਬਾਰੇ ਜਾਣਨਾ ਸਟਾਰਟ ਕਰ ਦਿੱਤਾ। ਫਸਟ ਹੀ ਵਿਜ਼ਿਟਡ ਦਾ ਸੈਕਟਰੀ ਆਫ ਦਾ ਬ੍ਰਿਟਿਸ਼ ਲੈਂਡਲॉर्ड्स ਐਸੋਸੀਏਸ਼ਨ, ਸਭ ਤੋਂ ਪਹਿਲਾਂ ਉਹ ਬ੍ਰਿਟਿਸ਼ ਲੈਂਡਲॉर्ड ਐਸੋਸੀਏਸ਼ਨ ਦੇ ਸੈਕਟਰੀ ਦੇ ਕੋਲ ਗਏ। ਦਾ ਸੈਕਟਰੀ ਟੋਲਡ ਹਿਮ that they could give no information to an outsider, ਸੈਕਟਰੀ ਨੇ ਗਾਂਧੀ ਜੀ ਨੂੰ ਕੀ ਕਿਹਾ ਕਿ ਅਸੀਂ ਕਿਸੇ ਵੀ ਆਊਟਸਾਈਡਰ ਨੂੰ ਇਨਫੋਰਮੇਸ਼ਨ ਨਹੀਂ ਦਿੰਦੇ। ਗਾਂਧੀ ਆਨਸਰਡ that he was no outsider, ਗਾਂਧੀ ਜੀ ਨੇ ਉਸ ਨੂੰ ਕੀ ਆਨਸਰ ਦਿੱਤਾ ਕਿ ਮੈਂ ਆਊਟਸਾਈਡਰ ਨਹੀਂ ਹਾਂ, ਈਵਨ ਤੁਸੀਂ ਆਊਟਸਾਈਡਰ ਹੋ ਕਿਉਂਕਿ ਤੁਸੀਂ ਸਾਡੇ ਦੇਸ਼ ਵਿੱਚ ਆਏ ਹੋਏ ਹੋ। ਨੈਕਸਟ ਗਾਂਧੀ ਕਾਲਡ ਔਨ
ਦ ਬ੍ਰਿਟਿਸ਼ ਆਫੀਸ਼ੀਅਲ ਕਮਿਸ਼ਨਰ। ਉਸ ਤੋਂ ਬਾਅਦ ਗਾਂਧੀ ਜੀ ਕਿਸ ਨੂੰ ਮਿਲੇ? ਬ੍ਰਿਟਿਸ਼ ਆਫੀਸ਼ੀਅਲ ਕਮਿਸ਼ਨਰ ਨੂੰ ਮਿਲੇ ਆਫ ਦਾ ਤਿਰਹਿਟ ਡਿਵੀਜ਼ਨ, ਜੋ ਕਿ ਤਿਰਹਿਟ ਡਿਵੀਜ਼ਨ ਦੇ ਆਫੀਸ਼ੀਅਲ ਕਮਿਸ਼ਨਰ ਸਨ। ਇਨ ਵਿੱਚ ਦਾ ਚੰਪਾਰਨ ਡਿਸਟ੍ਰਿਕਟ ਲਈ, ਜਿਸ ਵਿੱਚ ਚੰਪਾਰਨ ਡਿਸਟ੍ਰਿਕਟ ਇਹ ਪੈਂਦਾ ਸੀ। ਤਿਰਹਿਟ ਡਿਵੀਜ਼ਨ ਦੇ ਵਿੱਚ ਇਹ ਚੰਪਾਰਨ ਡਿਸਟ੍ਰਿਕਟ ਪੈਂਦਾ ਸੀ ਅਤੇ ਗਾਂਧੀ ਜੀ ਬ੍ਰਿਟਿਸ਼ ਆਫੀਸ਼ੀਅਲ ਕਮਿਸ਼ਨਰ ਨੂੰ ਮਿਲੇ। ਦਾ ਕਮਿਸ਼ਨਰ ਗਾਂਧੀ ਜੀ ਰਿਪੋਰਟਸ, ਗਾਂਧੀ ਜੀ ਦੱਸਦੇ ਹਨ ਕਿ ਕਮਿਸ਼ਨਰ ਨੇ ਕੀ ਕੀਤਾ? ਪ੍ਰੋਸੀਡਿੰਗ ਟੂ ਬੁਲੀ ਮੀ, ਗਾਂਧੀ ਜੀ ਦੱਸਦੇ ਹਨ ਕਿ ਕਮਿਸ਼ਨਰ ਨੇ ਉਹਨਾਂ ਨੂੰ ਧਮਕਾਉਣਾ ਹੀ ਸਟਾਰਟ ਕਰ ਦਿੱਤਾ। ਐਂਡ ਐਡਵਾਈਜ਼ਡ ਮੀ ਫੋਰਥਵਿਥ ਟੂ ਲੀਵ ਤਿਰਹਟ, ਅਤੇ ਮੈਨੂੰ ਕੀ ਸਲਾਹ ਦਿੱਤੀ ਕਿ ਮੈਂ ਤੁਰੰਤ ਤਿਰਹਟ ਨੂੰ ਛੱਡ ਕੇ ਚਲਾ ਜਾਵਾਂ। ਗਾਂਧੀ ਡਿਡ ਨਾਟ ਲੀਵ, ਗਾਂਧੀ ਜੀ ਨਾ ਗਏ। ਇੰਸਟੈਡ ਹੀ ਪ੍ਰੋਸੀਡ ਟੂ ਮੋਤੀਹਾਰੀ, ਇਸ ਤੋਂ ਉਲਟ ਹੋ ਕੀ ਹੈ? ਮੋਤੀਹਾਰੀ ਵੱਲ ਚਲੇ ਗਏ, ਦਾ ਕੈਪੀਟਲ ਆਫ ਚੰਪਾਰਨ, ਜੋ ਕਿ ਚੰਪਾਰਨ ਦੀ ਕੈਪੀਟਲ ਸੀ। Several lawyers accompanied him, ਬਹੁਤ ਸਾਰੇ ਵਕੀਲ ਵੀ ਉਹਨਾਂ ਦੇ ਨਾਲ ਗਏ। At the railway station, a vast multitude, ਰੇਲਵੇ ਸਟੇਸ਼ਨ ਦੇ ਉੱਤੇ ਬਹੁਤ ਸਾਰੇ ਲੋਕ ਸਨ। ਵੋਸਟ ਮਲਟੀਟਿਊਡ ਕੀ ਹੁੰਦਾ? ਬਹੁਤ ਵੱਡੀ ਭੀੜ ਸੀ ਜਿਸ ਨੇ ਕੀ ਹੈ? ਗਾਂਧੀ ਜੀ ਦਾ ਸਵਾਗਤ ਕੀਤਾ, ਗ੍ਰੀਟਡ ਗਾਂਧੀ। He went to a house, ਉਹ ਇੱਕ ਘਰ ਵਿੱਚ ਗਏ, and using it as headquarters, ਅਤੇ ਉਹਨਾਂ ਨੇ ਉਸ ਘਰ ਨੂੰ ਹੈੱਡਕੁਆਟਰ ਦੇ ਤੌਰ ਤੇ ਯੂਜ਼ ਕਰਨਾ ਸਟਾਰਟ ਕਰ ਦਿੱਤਾ। ਕੰਟੀਨਿਊਡ ਹਿਜ਼ ਇਨਵੈਸਟੀਗੇਸ਼ਨ, ਆਪਣੀਆਂ ਇਨਵੈਸਟੀਗੇਸ਼ਨ ਉਹਨਾਂ ਨੇ ਚਾਲੂ ਰੱਖੀਆਂ। ਇਹ ਰਿਪੋਰਟ ਕੇਮ ਇਨ that a peasant had been maltreated in a nearby village, ਗਾਂਧੀ ਜੀ ਤੱਕ ਇੱਕ ਕੀ ਨਿਊਜ਼ ਪਹੁੰਚੀ ਕਿ ਇੱਕ ਕਿਸਾਨ ਦੇ ਨਾਲ ਬੁਰਾ ਵਿਵਹਾਰ ਕੀਤਾ ਗਿਆ ਹੈ ਇੱਕ ਨੇੜੇ ਦੇ ਪਿੰਡ ਵਿੱਚ। ਗਾਂਧੀ ਡਿਸਾਈਡਡ ਟੂ ਗੋ, ਗਾਂਧੀ ਜੀ ਨੇ ਫੈਸਲਾ ਕੀਤਾ ਉੱਥੇ ਜਾਣ ਦਾ। The next morning, ਅਗਲੀ ਸਵੇਰ, he started out on the back of an elephant, ਅਗਲੀ ਸਵੇਰ ਹੋ ਕੀ ਹੈ? ਇੱਕ ਐਲੀਫੈਂਟ ਉੱਪਰ ਬੈਠ ਕੇ ਚੱਲ ਪਏ। He had not proceeded far, ਉਹ ਹਾਲੇ ਜ਼ਿਆਦਾ ਦੂਰ ਨਹੀਂ ਗਏ ਸਨ। When the police superintendent messenger, ਜਦ ਕੀ ਹੈ? ਇੱਕ ਪੁਲਿਸ ਦੇ ਸੁਪਰਿੰਟੈਂਡੈਂਟ ਦੇ ਮੈਸੇਂਜਰ ਨੇ outlook him, ਉਹਨਾਂ ਨੂੰ ਕੀ ਹੈ? ਰੋਕ ਦਿੱਤਾ। And ordered him to return to town, ਅਤੇ ਗਾਂਧੀ ਜੀ ਨੂੰ ਉਸਨੇ ਕੀ ਹੁਕਮ ਕੀਤਾ ਕਿ ਉਹ ਸ਼ਹਿਰ ਵਾਪਸ ਚਲੇ ਜਾਣ। ਇਨ ਹਿਜ਼ ਕੈਰੇਜ, ਆਪਣੀ ਬੱਗੀ ਦੇ ਵਿੱਚ। ਗਾਂਧੀ ਕੰਪਲਾਈਡ, ਗਾਂਧੀ ਜੀ ਨੇ ਕੀ ਕੀਤਾ? ਗਾਂਧੀ ਜੀ ਸਹਿਮਤ ਹੋ ਗਏ ਉਸ ਦੀ ਗੱਲ ਨਾਲ। ਦਾ ਮੈਸੇਂਜਰ ਡਰੋਵ ਗਾਂਧੀ ਹੋਮ ਵੇਅਰ ਹੀ ਸਰਵਡ ਹਿਮ ਵਿਦ ਐਨ ਆਫੀਸ਼ੀਅਲ ਨੋਟਸ, ਗਾਂਧੀ ਜੀ ਕੀ ਹੈ? ਉਸ ਦੇ ਨਾਲ ਉਸ ਦੀ ਬੱਗੀ ਦੇ ਵਿੱਚ ਬੈਠ ਕੇ ਆ ਗਏ ਅਤੇ ਗਾਂਧੀ ਜੀ ਨੂੰ ਘਰ ਛੱਡ ਦਿੱਤਾ ਗਿਆ। ਵੇਅਰ ਹੀ ਸਰਵਡ ਹਿਮ ਵਿਦ ਐਨ ਆਫੀਸ਼ੀਅਲ ਨੋਟਿਸ, ਜਿੱਥੇ ਕੀ ਹੈ? ਗਾਂਧੀ ਜੀ ਨੂੰ ਉਸਨੇ ਇੱਕ ਆਫੀਸ਼ੀਅਲ ਨੋਟਿਸ ਦੇ ਦਿੱਤਾ ਟੂ ਕੁਇਟ ਚੰਪਾਰਨ ਇਮੀਡੀਏਟਲੀ, ਜਿਸ ਵਿੱਚ ਕੀ ਲਿਖਿਆ ਸੀ ਕਿ ਉਹ ਚੰਪਾਰਨ ਨੂੰ ਛੱਡ ਕੇ ਤੁਰੰਤ ਚਲੇ ਜਾਣ। ਗਾਂਧੀ ਸਾਈਨ ਦੀ ਰਿਸਿਪਟ ਫॉर ਦਾ ਨੋਟਿਸ, ਗਾਂਧੀ ਜੀ ਨੇ ਇੱਕ ਰਿਸਿਪਟ ਉੱਤੇ ਸਾਈਨ ਕਰ ਦਿੱਤੇ ਇਸ ਨੋਟਿਸ ਦੇ ਜਵਾਬ ਵਿੱਚ। ਐਂਡ ਰੋਟ ਔਨ ਇਟ, ਅਤੇ ਉਸ ਰਿਸਿਪਟ ਉੱਤੇ ਕੀ ਲਿਖ ਦਿੱਤਾ? ਦੈਟ ਹੀ ਵੁੱਡ ਡਿਸਓਬੇ ਦਾ ਆਰਡਰ, ਕਿ ਉਹ ਇਸ ਆਰਡਰ ਨੂੰ ਡਿਸਓਬੇ ਕਰਦੇ ਹਨ, ਉਹ ਇਸ ਆਰਡਰ ਨੂੰ ਨਹੀਂ ਮੰਨਣਗੇ, ਉਹ ਚੰਪਾਰਨ ਛੱਡ ਕੇ ਨਹੀਂ ਜਾਣਗੇ। ਇਨ ਕੌਨਸੀਕੁਐਂਸ, ਨਤੀਜੇ ਵਜੋਂ ਗਾਂਧੀ ਰਿਸੀਵਡ ਆ ਸਮਨਸ, ਸਮਨਸ ਕਹਿੰਦੇ ਆ ਕੋਰਟ ਆਰਡਰਸ ਨੂੰ ਕਹਿੰਦੇ ਆ ਆਪਾਂ, ਆਫੀਸ਼ੀਅਲ ਆਰਡਰਸ ਨੂੰ। ਗਾਂਧੀ ਜੀ ਨੇ ਉਸ ਤੋਂ ਬਾਅਦ ਕੀ ਪ੍ਰਾਪਤ ਕੀਤੇ? ਗਾਂਧੀ ਜੀ ਨੂੰ ਕੋਰਟ ਦੇ ਵੱਲੋਂ ਇਹ ਆਰਡਰ ਆਏ ਟੂ ਅਪੀਅਰ ਇਨ ਕੋਰਟ ਦਾ ਨੈਕਸਟ ਡੇ, ਅਗਲੇ ਦਿਨ ਗਾਂਧੀ ਜੀ ਨੇ ਕੋਰਟ ਦੇ ਵਿੱਚ ਅਪੀਅਰ ਹੋਣਾ ਸੀ, ਜੱਜ ਦੇ ਸਾਹਮਣੇ ਪੇਸ਼ ਹੋਣਾ ਸੀ। ਆਲ ਨਾਈਟ ਗਾਂਧੀ ਰਿਮੇਨਡ ਅਵੇਕ, ਸਾਰੀ ਰਾਤ ਗਾਂਧੀ ਜੀ ਜਾਗਦੇ ਰਹੇ। ਹੀ ਟੈਲੀਗ੍ਰਾਫਡ ਰਜਿੰਦਰ ਪ੍ਰਸਾਦ, ਉਹਨਾਂ ਨੇ ਰਜਿੰਦਰ ਪ੍ਰਸਾਦ ਨੂੰ ਟੈਲੀਗ੍ਰਾਮ ਕੀਤਾ ਟੂ ਕਮ ਫਰੋਮ ਬਿਹਾਰ, ਕਿ ਉਹ ਬਿਹਾਰ ਤੋਂ ਵਾਪਸ ਆ ਜਾਣ। ਵਿਦ ਇਨਫਲੂਐਂਸ਼ੀਅਲ ਫਰੈਂਡਸ, ਆਪਣੇ ਪ੍ਰਭਾਵਸ਼ਾਲੀ ਦੋਸਤਾਂ ਨੂੰ ਨਾਲ ਲੈ ਕੇ ਆਉਣ। ਹੀ ਸੈਂਟ ਇੰਸਟਰਕਸ਼ਨਸ ਟੂ ਦਾ ਆਸ਼ਰਮ, ਗਾਂਧੀ ਜੀ ਨੇ ਆਪਣੇ ਆਸ਼ਰਮ ਦੇ ਵੱਲ ਵੀ ਇਹ ਹਦਾਇਤਾਂ ਭੇਜ ਦਿੱਤੀਆਂ। ਹੀ ਵਾਇਡ ਏ ਫੁੱਲ ਰਿਪੋਰਟ ਟੂ ਦਾ ਵਾਇਸਰਾਏ, ਉਹਨਾਂ ਨੇ ਵਾਇਸਰਾਏ ਨੂੰ ਇੱਕ ਪੂਰੀ ਇਸ ਦੀ ਰਿਪੋਰਟ ਭੇਜੀ।